ਸੁਣਿਐ ਅਠ ਸਠ ਕਾ ਇਸ਼ਨਾਨ, ਸੁਣੇ ਲਾਗੇ ਸਹਿਜ ਧਿਆਨ। ਸੁਣਿਐ ਪੜ ਪੜ ਪਾਵੇ ਮਾਨ, ਸੁਣਿਐ ਲਾਗੇ ਸਹਿਜ ਧਿਆਨ। ਨਾਨਕ ਭਗਤਾਂ ਸਦਾ ਵਿਗਾਸ, ਸੁਣਿਐ ਦੁਖ ਪਾਪ ਕਾ ਨਾਸ। ਨਾਨਕ ਭਗਤਾਂ ਸਦਾ ਵਿਗਾਸ, ਸੁਣਿਐ ਦੁਖ ਪਾਪ ਕਾ ਨਾਸ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਜਬਰ ਛਤਰ ਤਖਤ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਗੋਦ ਵਿੱਚ ਸੁਭਾਏਮਾਨ ਜੁੜ ਬੈਠੇ ਗੁਰਮੁਖ ਪਿਆਰੇ ਗੁਰੂ ਸਵਾਰੇ ਸਤ ਸੰਗੀ ਜਨੋ, ਵਡਭਾਗੇ ਹੋ ਸਾਹਿਬਾਂ ਦੀ ਪਾਵਨ ਗੋਦ ਵਿੱਚ ਜੁੜ ਬੈਠ ਕਰਕੇ ਅੰਮ੍ਰਿਤਮਈ ਪਾਵਨ ਬਾਣੀ ਆਸਾ ਕੀ ਵਾਰ ਦਾ ਕੀਰਤਨ ਸ਼ਰਵਣ ਕਰ ਰਹੇ ਸੀ ਤੇ ਆਪਣੇ ਜੀਵਨ ਦੀਆਂ ਅਮੋਲਕ ਘੜੀਆਂ ਨੂੰ ਸਫਲ ਕਰਨ ਦਾ ਯਤਨ ਕਰ ਰਹੇ ਸੀ। ਗੁਰੂ ਪਾਤਸ਼ਾਹ ਜੀ ਦੀ ਪਵਿੱਤਰ ਬਾਣੀ ਜਪਜੀ ਸਾਹਿਬ ਜੀ ਦੀ ਜੋ ਲੜੀਵਾਰ ਕਥਾ ਚੱਲ ਰਹੀ ਹੈ, ਇਸ ਵਿੱਚੋਂ ਆਪ ਜੀ ਨੇ 10ਵੀਂ ਪੌੜੀ ਦੇ ਪਾਠ ਨੂੰ ਸ਼ਰਵਣ ਕੀਤਾ ਹੈ। ਇਸ ਦੀ ਵਿਚਾਰ ਦੇ ਨਾਲ ਆਪਾਂ ਜੁੜਨਾ ਹੈ। ਆਓ ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਲਵਾਈਏ ਗੁਰੂ ਚਰਨਾਂ ਦੇ ਵਿੱਚ ਹਾਜ਼ਰੀ। ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੁਣਿਐ ਦੀਆਂ 4 ਪੌੜੀਆਂ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਉਚਾਰਨ ਕੀਤੀਆਂ ਹਨ ਤੇ ਅੱਗੇ ਮੰਨੇ ਦੀਆਂ ਵੀ 4 ਪੌੜੀਆਂ ਸਤਿਗੁਰੂ ਜੀ ਨੇ ਉਚਾਰਨ ਕੀਤੀਆਂ ਹਨ ਵੀ ਮੰਨੇਗਾ ਉਹ ਇਨਸਾਨ ਜਿਹੜਾ ਧਿਆਨ ਨਾਲ ਸੁਣੇਗਾ। ਜਿੰਨੇ ਸੁਣਿਆ ਹੀ ਨਹੀਂ ਉਹ ਮੰਨੇਗਾ ਕਿਵੇਂ, ਮੰਨਣ ਵਿੱਚ ਕਿਵੇਂ ਲੈ ਕੇ ਆਏਗਾ। ਤੇ ਗੁਰੂ ਜੀ ਨੇ ਇਹਨਾਂ 4 ਪੌੜੀਆਂ ਦੇ ਵਿੱਚ ਜੋ ਅਖੀਰਲੀਆਂ ਪੰਕਤੀਆਂ ਹਨ ਉਹ ਸੇਮ ਸਾਰੀਆਂ ਪੌੜੀਆਂ ਵਿੱਚ ਬਿਆਨ ਕੀਤੀਆਂ ਹਨ। ਨਾਨਕ ਭਗਤਾਂ ਸਦਾ ਵਿਗਾਸ, ਸੁਣਿਐ ਦੁਖ ਪਾਪ ਕਾ ਨਾਸ। ਵੀ ਭਗਤ ਜਨ ਗੁਰ ਸਿੱਖ ਪਿਆਰੇ ਜਿਉਂ-ਜਿਉਂ ਰੱਬ ਜੀ ਦਾ ਨਾਮ ਗੁਰੂ ਦਾ ਉਪਦੇਸ਼ ਸੁਣਦੇ ਹਨ, ਜੀਵਨ ਵਿੱਚ ਕਮਾਉਂਦੇ ਹਨ, ਉਹਨਾਂ ਦੇ ਜੀਵਨ ਵਿੱਚ ਖੇੜਾ, ਉਹਨਾਂ ਦੇ ਜੀਵਨ ਵਿੱਚ ਖੁਸ਼ੀਆਂ ਵਿਗਾਸ ਬਣਿਆ ਰਹਿੰਦਾ ਹੈ। ਉਹਨਾਂ ਦੇ ਪਾਪ ਤੇ ਦੁੱਖ ਕੱਟੇ ਜਾਂਦੇ ਆ। ਪਿਛਲੀਆਂ ਪੌੜੀਆਂ ਦੇ ਵਿੱਚ ਆਪਾਂ ਬੇਨਤੀ ਕੀਤੀ ਸੀ ਕਿ ਜਿੰਨਾ ਚਿਰ ਮਨੁੱਖ ਦੇ ਜੀਵਨ ਵਿੱਚ ਦੁੱਖ ਨੇ, ਪਾਪ ਨੇ, ਉਹਨਾਂ ਚਿਰ ਖੇੜਾ, ਉਹਨਾਂ ਚਿਰ ਖੁਸ਼ੀਆਂ ਪ੍ਰਾਪਤ ਕਰਨੀਆਂ, ਇਹਨਾਂ ਨੂੰ ਮੰਨਣਾ ਮੁਸ਼ਕਲ ਦੀ ਗੱਲ ਹੈ। ਦੁਖੀ ਬੰਦਾ, ਦੁਖੀ ਹਿਰਦੇ ਵਾਲਾ ਬੰਦਾ ਚਿਹਰੇ ਤੇ ਕਿਵੇਂ ਮੁਸਕਰਾਹਟ, ਚਿਹਰੇ ਤੇ ਕਿਵੇਂ ਖੇੜਾ ਲੈ ਕੇ ਆ ਸਕਦਾ ਹੈ। ਹਿਰਦਾ ਦੁਖੀ ਹੈ। ਸੋ ਜਿਹੜੇ ਸੁਣਦੇ ਹਨ, ਗੁਰੂ ਜੀ ਕਹਿੰਦੇ ਉਹਨਾਂ ਦੇ ਜੀਵਨ ਵਿੱਚ ਵਿਗਾਸ, ਉਹਨਾਂ ਦੇ ਜੀਵਨ ਵਿੱਚ ਖੁਸ਼ੀਆਂ, ਉਹਨਾਂ ਦੇ ਜੀਵਨ ਵਿੱਚ ਖੇੜਾ ਹੁੰਦਾ ਹੈ। ਉਹ ਸਦਾ ਆਨੰਦ ਵਿੱਚ ਵਿਚਰਦੇ ਆ। ਤੇ ਗੁਰੂ ਪਾਤਸ਼ਾਹ ਜੀ ਪਹਿਲੀਆਂ ਪੰਕਤੀਆਂ ਵਿੱਚ ਕਹਿ ਰਹੇ ਨੇ ਸੁਣਨ ਦੇ ਨਾਲ ਕੀ ਕੁਝ, ਕਿਹੜਾ ਲਾਭ ਪ੍ਰਾਪਤ ਹੁੰਦਾ ਹੈ। ਸੁਣਿਐ ਸਤ ਸੰਤੋਖ ਗਿਆਨ, ਵੀ ਸੁਣਨ ਦੇ ਨਾਲ ਸੰਤੋਖ ਵਰਗਾ ਗੁਣ ਸਮਝ ਵਿੱਚ ਆਉਂਦਾ ਹੈ। ਸੰਤੋਖ ਦੇ ਗੁਣ ਦੀ ਪ੍ਰਾਪਤੀ ਹੁੰਦੀ ਹੈ। ਤੇ ਸਤ, ਸਤ ਦਾ ਅਰਥ ਹੈ ਦਾਨ ਕਰਨਾ।
ਹੁਣ ਜਦੋਂ ਬੰਦੇ ਦੇ ਅੰਦਰ ਸੰਤੋਖ ਵਰਗਾ ਗੁਣ ਆ ਜਾਂਦਾ ਹੈ, ਲਾਜ਼ਮੀ ਗੱਲ ਹੈ ਕਿ ਉਹ ਫਿਰ ਕਿਸੇ ਨੂੰ ਦੇਣ ਦੀ, ਕਿਸੇ ਦੀ ਤਲੀ ਵਿੱਚ ਰੱਖਣ ਦੀ ਵੀ ਸਮਰੱਥਾ ਰੱਖਣ ਵਾਲਾ ਬਣ ਜਾਂਦਾ ਹੈ। ਕਿਉਂਕਿ ਗੁਰੂ ਜੀ ਦੀ ਪਾਵਨ ਬਾਣੀ ਦਾ ਬੋਲ ਹੈ ਵੀ ਸਮਾਜ ਸੰਸਾਰ ਦੇ ਵਿੱਚ ਜੇ ਕੋਈ ਸੇਵਾ ਕਰਦਾ ਹੈ, ਜੇ ਕੋਈ ਲੋੜਵੰਦ ਦੀ ਲੋੜ ਪੂਰੀ ਕਰਦਾ ਹੈ, ਤੇ ਉਹ ਸੰਤੋਖੀ ਪੁਰਸ਼ਾਂ ਦੇ ਹਿੱਸੇ ਇਹ ਗੁਣ ਆਇਆ ਹੈ। ਸੇਵ ਕੀਤੀ ਸੰਤੋਖਈ, ਜਿਨੀ ਸਚੋ ਸੱਚ ਧਿਆਇਆ, ਉਨੀ ਦੁਨੀਆ ਤੋੜੇ ਬੰਦਣਾ, ਅੰਨ ਪਾਣੀ ਥੋੜਾ ਖਾਇਆ। ਵੀ ਉਹਨਾਂ ਨੇ ਵਿਕਾਰਾਂ ਦੇ ਬੰਧਨ ਜਿਹੜੇ ਹਨ ਤੋੜ ਦਿੱਤੇ ਨੇ। ਉਹ ਸਰੀਰ ਦੀ ਲੋੜ ਮੁਤਾਬਕ ਖਾਂਦੇ ਨੇ, ਉਹ ਵਸਤੂਆਂ ਨੂੰ ਪੂੰਝਦੇ ਨੇ, ਵਰਤਦੇ ਨੇ। ਤ੍ਰਿਸ਼ਨਾ, ਲੋਭ, ਲਾਲਚ ਉਹਨਾਂ ਦੇ ਜੀਵਨ ਵਿੱਚੋਂ ਨਿਕਲ ਜਾਂਦੇ ਹਨ। ਤੇ ਲਾਲਚੀ ਬੰਦਾ ਜੇ ਉਹਦੇ ਅੰਦਰ ਸੰਤੋਖ ਨਹੀਂ, ਉਹ ਦਾਨ ਕਰਨ ਦੇ ਨਾਮ ਤੇ ਵੀ ਲੋਕਾਂ ਨੂੰ ਲੁੱਟੇਗਾ, ਦਾਨ ਕਰਨ ਦੇ ਨਾਮ ਤੇ ਵੀ ਲੋਕਾਂ ਨੂੰ ਠੱਗੇਗਾ। ਕਈ ਵਾਰੀ ਆਪਾਂ ਉਦਾਹਰਨਾਂ ਦਿਆ ਕਰਦੇ ਹਾਂ, ਬਹੁਤ ਸਾਰੇ ਐਸੇ ਲਾਲਚੀ ਲੋਭੀ ਲੋਕ ਧਰਮ ਦਾ ਬਾਣਾ ਪਾ ਕੇ ਹਰ ਇੱਕ ਸਮਾਜ ਦੇ ਵਿੱਚ ਵਿਚਰਦੇ ਹੋਏ ਤੁਹਾਨੂੰ ਨਜ਼ਰੀ ਆਉਣਗੇ ਵੀ ਅਸੀਂ ਵਿਧਵਾਵਾਂ ਵਾਸਤੇ ਆਹ ਕੁਝ ਉਹਨਾਂ ਨੂੰ ਸਹੂਲਤਾਂ ਦੇ ਰਹੇ ਹਾਂ, ਵਿਧਵਾਵਾਂ ਦੀ ਜਿਹੜੀ ਲੋੜ ਹੈ ਉਹ ਅਸੀਂ ਪੂਰੀ ਕਰ ਰਹੇ ਹਾਂ, ਉਹਨਾਂ ਦਾ ਖਰਚਾ ਅਸੀਂ ਚੁੱਕ ਰਹੇ ਹਾਂ। ਉਹ ਸੈਂਕੜਿਆਂ ਵਿਧਵਾਵਾਂ ਦਾ ਉਹਨਾਂ ਦੇ ਨਾਮ ਤੇ ਸਿੱਖਾਂ ਦੇ ਕੋਲੋਂ ਅਗਰਾਈ ਕਰਕੇ ਲੈ ਆਉਂਦੇ ਆ, ਪਦਾਰਥ ਧਨ ਜੋ ਵੀ ਹੈ ਲੈ ਆਉਂਦੇ ਆ, ਪਰ 10-15 ਨੂੰ ਉਹ ਰਾਸ਼ਨ ਜਿਹੜਾ ਹੈ ਵੰਡ ਦਿੰਦੇ ਆ, ਜਾਂ ਹਜ਼ਾਰਾਂ ਦਾ ਇਕੱਠਾ ਕਰ ਲਿਆ ਤੇ ਸੈਂਕੜਿਆਂ ਨੂੰ ਵੰਡ ਦਿੱਤਾ, ਬਾਕੀ ਜਿਹੜੇ ਹਨ ਉਹਨਾਂ ਦਾ ਆਪ ਵਰਤ ਲਿਆ। ਇਸ ਤਰ੍ਹਾਂ ਅੱਜ ਧੰਦਾ ਚੱਲਦਾ ਹੈ। ਤੇ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਵੀ ਮਨੁੱਖਤਾ ਦੀ ਸੇਵਾ, ਲੋੜਵੰਦ ਦੀ ਲੋੜ ਪੂਰੀ ਇੱਕ ਸੰਤੋਖੀ ਬੰਦਾ ਕਰ ਸਕਦਾ, ਜਿਹਨੂੰ ਕਿਸੇ ਪ੍ਰਕਾਰ ਦਾ ਕੋਈ ਸਵਾਰਥ ਨਹੀਂ ਹੈ। ਜਿਹਨੇ ਗੁਰੂ ਕੀ ਬਾਣੀ ਵਿੱਚੋਂ ਸੰਤੋਖ ਵਰਗਾ ਇਹ ਮਹਾਨ ਗੁਣ ਪ੍ਰਾਪਤ ਕਰ ਲਿਆ ਨਾ, ਉਹਦੀਆਂ ਅੰਦਰ ਦੀਆਂ ਤ੍ਰਿਸ਼ਨਾਵਾਂ, ਲੋਭ, ਲਾਲਚ, ਇਹ ਬਿਰਤੀਆਂ ਮਿਟ ਜਾਂਦੀਆਂ ਨੇ। ਫਿਰ ਉਹ ਆਪਣੀ ਉਦਰ ਪੂਰਤੀ ਦੇ ਨਾਲ ਨਾਲ ਘਾਲ ਖਾਏ ਕਿਸ ਹੱਥੋਂ ਦੇ, ਨਾਨਕ ਰਾਹ ਪਛਾਣੇ ਸੇ। ਇਸ ਮਾਰਗ ਦਾ ਪਾਂਧੀ ਹੋ ਕਰਕੇ ਉਹ ਵਿਚਰਦਾ ਹੈ। ਤੇ ਗੁਰੂ ਪਾਤਸ਼ਾਹ ਜੀ ਅੱਜ ਕਹਿ ਰਹੇ ਨੇ, ਸੁਣੇ ਸਤ ਸੰਤੋਖ ਗਿਆਨ, ਵੀ ਸੰਤੋਖ ਵਰਗੇ ਗੁਣ ਦੀ ਸੋਝੀ ਹੋ ਜਾਂਦੀ ਹੈ। ਫਿਰ ਦਾਨ ਕਰਨ ਦੀ, ਕਿਸੇ ਲੋੜਵੰਦ ਦੀ ਲੋੜ ਪੂਰੀ ਕਰਨ ਦੀ, ਮਦਦ ਕਰਨ ਦੀ ਉਹਦੇ ਅੰਦਰ ਭਾਵਨਾ ਪੈਦਾ ਹੋ ਜਾਂਦੀ ਹੈ। ਸੁਣੇ ਅਠ ਸਦਕਾ ਇਸ਼ਨਾਨ, ਫਿਰ ਗੁਰੂ ਕੀ ਬਾਣੀ ਨੂੰ ਸੁਣਨ ਵਾਲਾ, ਗੁਰੂ ਕੇ ਸ਼ਬਦ ਨੂੰ ਧਿਆਨ ਨਾਲ ਸੁਣਨ ਵਾਲਾ, ਉਹ ਆਪਣੇ ਮਨ ਅੰਤਰ ਆਤਮੇ ਦੇ ਪ੍ਰਤੀ ਅੰਦਰੋਂ ਹੀ ਇਸ਼ਨਾਨ ਕਰ ਲੈਂਦਾ ਹੈ। 68 ਤੀਰਥਾਂ ਦਾ ਇਸ਼ਨਾਨ ਮੰਨ ਲਓ ਉਹਨੂੰ ਪ੍ਰਾਪਤ ਹੋ ਗਿਆ। ਵੀ ਮਨੌਤ ਹੈ ਕਿ 68 ਤੀਰਥਾਂ ਦਾ ਇਸ਼ਨਾਨ ਬੜਾ ਪੁੰਨ, ਬੜਾ ਫਲ ਮਨੁੱਖ ਨੂੰ ਦਿੰਦਾ ਵਾ। ਤੇ ਇੱਥੇ ਕਹਿੰਦੇ ਨੇ ਗੁਰੂ ਦੇ ਸ਼ਬਦ ਨੂੰ ਸੁਣ ਕੇ ਹਿਰਦੇ ਵਿੱਚ ਵਸਾਣ ਦੇ ਨਾਲ ਅੰਦਰ ਹੀ ਅੰਦਰ ਗੁਰੂ ਕਾ ਸਿੱਖ 68 ਤੀਰਥਾਂ ਦਾ ਪੁੰਨ ਖੱਟ ਲੈਂਦਾ ਵਾ। ਸੁਣਨ ਦੇ ਨਾਲ ਕਈ ਤਰ੍ਹਾਂ ਦੇ ਵਹਿਮ, ਕਈ ਤਰ੍ਹਾਂ ਦੇ ਭਰਮ, ਪਾਖੰਡ ਸਿੱਖ ਦੀ ਜ਼ਿੰਦਗੀ ਵਿੱਚੋਂ ਨਿਕਲ ਜਾਂਦੇ ਆ। ਸੋ ਅੱਜ ਜੋ ਦਿਨ ਹੈ, ਪੂਰੇ ਭਾਰਤ ਵਰਸ਼ ਦੇ ਅੰਦਰ ਇਹ ਦਿਨ ਕਰਵਾ ਚੌਥ ਦੇ ਨਾਮ ਤੋਂ ਮਨਾਇਆ ਜਾ ਰਿਹਾ ਵਾ। ਕਰਵਾ ਚੌਥ ਸਾਰੇ ਤੁਸੀਂ ਜਾਣਦੇ ਹੋ, ਬੀਬੀਆਂ ਇਸ ਦੇਸ਼ ਦੀਆਂ ਸਾਰੀਆਂ ਲਗਭਗ ਆਪਣੇ ਪਤੀ ਦੀ ਲੰਮੀ ਉਮਰ ਵਧਾਉਣ ਵਾਸਤੇ ਸਾਰਾ ਦਿਨ ਭੁੱਖੀਆਂ ਰਹਿੰਦੀਆਂ ਨੇ, ਭਾਵ ਵਰਤ ਰੱਖਦੀਆਂ ਨੇ। ਸ਼ਾਮਾਂ ਨੂੰ ਇਹ ਵਰਤ ਖੋਲ੍ਹਿਆ ਜਾਂਦਾ ਹੈ। ਤੇ ਗੁਰਮੁਖੋ, ਸਰੀਰ ਨੂੰ ਤੰਦਰੁਸਤ ਰੱਖਣ ਵਾਸਤੇ, ਸਰੀਰ ਨੂੰ
ਅਰੋਗ ਰੱਖਣ ਵਾਸਤੇ ਇੱਕ ਦਿਨ ਭੋਜਨ ਨਾ ਛਕਣਾ ਇਹ ਵੱਖਰੀ ਗੱਲ ਹੈ। ਵੀ ਡਾਕਟਰ ਪੁਰਾਣੇ ਵੈਦ ਉਹਨਾਂ ਦੀ ਇਹ ਮਨੌਤ ਵੀ ਸੀ ਵੀ 7 ਦਿਨ ਮਨੁੱਖ ਹਫ਼ਤੇ ਵਿੱਚ ਖਾਣਾ ਖਾਂਦਾ ਵਾ, ਲਗਾਤਾਰ ਖਾਣਾ ਖਾਂਦਾ ਵਾ, ਤੇ ਉਹਨੂੰ ਹਫ਼ਤੇ ਦੇ ਵਿੱਚ ਇੱਕ ਦਿਨ ਨਾ ਵਰਤ ਰੱਖਣਾ ਚਾਹੀਦਾ, ਭਾਵ ਇੱਕ ਦਿਨ ਉਹਨੂੰ ਅੰਨ ਨਹੀਂ ਛਕਣਾ ਚਾਹੀਦਾ ਜੇ ਸਰੀਰ ਨੂੰ ਤੰਦਰੁਸਤ ਤੇ ਅਰੋਗ ਰੱਖਣਾ ਵਾ। ਹੁਣ ਸਰੀਰ ਨੂੰ ਤੰਦਰੁਸਤ ਰੱਖਣ ਵਾਸਤੇ, ਸਰੀਰ ਨੂੰ ਅਰੋਗ ਰੱਖਣ ਵਾਸਤੇ ਖਾਣਾ ਨਹੀਂ ਕੋਈ ਖਾ ਰਿਹਾ, ਇੱਕ ਦਿਨ ਦਾ ਪਰਹੇਜ਼ ਕੀਤਾ ਹੈ, ਇਹ ਗੱਲ ਵੱਖਰੀ ਹੈ, ਇਹ ਗੱਲ ਚੰਗੀ ਹੈ। ਪਰ ਕਿਸੇ ਵਹਿਮ, ਕਿਸੇ ਭਰਮ, ਕਿਸੇ ਅੰਧ ਵਿਸ਼ਵਾਸ ਦੇ ਅਧੀਨ ਹੋ ਕੇ, ਕਿਸੇ ਮਨੌਤ ਨੂੰ ਪੂਰੀ ਕਰਨ ਵਾਸਤੇ, ਇੱਛਾ ਨੂੰ ਪੂਰੀ ਕਰਨ ਵਾਸਤੇ, ਕਿਸੇ ਸੁਖਣਾ ਨੂੰ ਪੂਰੀਆਂ ਕਰਨ ਵਾਸਤੇ ਵਰਤ ਰੱਖਣਾ, ਉਸ ਦਿਨ ਅੰਨ ਨਾ ਖਾਣਾ, ਇਹ ਨਿਰੋਲ ਮਨਮਤ ਹੈ। ਗੁਰੂ ਨਾਨਕ ਦਾ ਘਰ ਇਸ ਮਨਮਤ ਨੂੰ ਬਿਲਕੁਲ ਖਾਰਜ ਕਰਦਾ ਹੈ। ਤੇ ਗੁਰਮੁਖੋ ਆ ਕੱਤਕ ਤੇ ਆ ਜਿਹੜਾ ਮਹੀਨਾ ਵਾ, ਕੱਤਕ ਦਾ ਮਹੀਨਾ ਵਾ, ਇਹਦੇ ਵਿੱਚ ਵਰਤਾਂ ਦੀ ਬੜੀ ਭਰਮਾਰ ਆ। ਚੇਤ ਦੇ ਮਹੀਨੇ ਵਿੱਚ ਵੀ ਵਰਤ ਬੜੇ ਰੱਖੇ ਜਾਂਦੇ ਆ, ਇਸ ਮਹੀਨੇ ਵਿੱਚ ਵੀ ਵਰਤ ਬੜੇ ਰੱਖੇ ਜਾਂਦੇ ਆ। ਇਹਦੇ ਵਿੱਚ ਇਹ ਨਵਰਾਤਰਿਆਂ ਦਾ ਵਰਤ ਆ, ਕਰਵਾ ਚੌਥ ਦਾ ਵਰਤ ਆ, ਸੰਤੋਸ਼ੀ ਮਾਂ ਦਾ ਵਰਤ ਆ, ਬਹੁਤ ਸਾਰੇ ਵਰਤ ਨੇ, ਏਕਾਦਸ਼ੀ ਦਾ ਬਹੁਤ ਸਾਰੇ ਵਰਤ ਨੇ ਜੀ। ਤੇ ਇਹ ਵਰਤ ਜਿਹੜੇ ਹਨ ਕੋਈ ਨਾ ਕੋਈ ਸੁਖਣਾ ਪੂਰੀ ਕਰਨ ਦੇ ਏਵਜ ਵਿੱਚ ਰੱਖੇ ਜਾਂਦੇ ਆ ਜੀ, ਵੀ ਇਹ ਜੀ ਸਾਡੀ ਮਨੌਤ ਪੂਰੀ ਹੋਵੇਗੀ, ਸੁਖਣਾ ਪੂਰੀ ਹੋਵੇਗੀ। ਤੇ ਕਰਵਾ ਚੌਥ ਦਾ ਵਰਤ ਖਾਸ ਕਰਕੇ ਬੀਬੀਆਂ ਜਿਹੜੀਆਂ ਹਨ ਉਹ ਆਪਣੇ ਪਤੀ ਦੀ ਉਮਰ ਨੂੰ ਲੰਬੇਰੀ ਕਰਨ ਵਾਸਤੇ ਇਸ ਇੱਛਾ ਨੂੰ ਮੁੱਖ ਰੱਖ ਕੇ ਰੱਖਦੀਆਂ ਹਨ। ਇਸ ਦਿਨ ਬੀਬੀਆਂ ਜਿਤਨੀਆਂ ਵੀ ਹਨ ਇਸ ਵਰਤ ਨੂੰ ਰੱਖਣ ਵਾਲੀਆਂ, ਉਹ ਤੜਕੇ ਉੱਠ ਪੈਂਦੀਆਂ ਹਨ ਤੇ ਤੜਕੇ ਉੱਠ ਕਰਕੇ ਉਹਨਾਂ ਨੇ ਰਾਤ ਨੂੰ ਜੋ ਦੁੱਧ ਵਿੱਚ ਫੈਣੀਆਂ ਭਿੱਜੀਆਂ ਹੁੰਦੀਆਂ ਨੇ ਨਾ, ਉਹ ਸਵੇਰੇ ਰੱਜ ਕੇ ਛਕ ਲੈਂਦੀਆਂ ਹੁੰਦੀਆਂ ਵਾ, ਕਿਉਂਕਿ ਸਾਰਾ ਦਿਨ ਉਹਨਾਂ ਨੇ ਕੁਝ ਖਾਣਾ ਨਹੀਂ ਹੁੰਦਾ। ਉਹ ਭਿੱਜੀਆਂ ਫੈਣੀਆਂ ਦੁੱਧ ਦੇ ਵਿੱਚ ਸਵੇਰੇ ਇੱਕੋ ਵਾਰੀ ਛਕ ਲੈਣੀਆਂ ਵਾ, ਮੁੜ ਕੇ ਸਾਰਾ ਦਿਨ ਉਹਨਾਂ ਨੇ ਕੁਝ ਨਹੀਂ ਛਕਣਾ। ਤੇ ਸ਼ਾਮ ਨੂੰ ਉਹਨਾਂ ਨੇ ਚੰਦਰਮਾ ਦੀ ਉਡੀਕ ਕਰਨੀ ਹੈ ਤੇ ਗਹਿਣੇ ਪਾ ਕਰਕੇ, ਸੁੰਦਰ ਵਸਤਰ ਪਹਿਨ ਕਰਕੇ, ਤਿਆਰ ਹੋ ਕੇ, ਸੁਹਾਗਣਾ ਵਾਲਾ ਜੋੜਾ ਪਾ ਕਰਕੇ ਉਹਨਾਂ ਨੇ ਸ਼ਾਮ ਦੇ ਵਕਤ ਫਿਰ ਪੂਜਾ ਵੀ ਕਰਨੀ ਆ। ਪੂਜਾ ਇਹ ਕਰਵਾ ਚੌਥ, ਇਹ ਵਰਤ ਖੋਲ੍ਹਣ ਤੋਂ ਪਹਿਲਾਂ ਬ੍ਰਾਹਮਣ ਜੀ ਨੂੰ ਬੁਲਾਇਆ ਜਾਂਦਾ ਜਾਂ ਬ੍ਰਾਹਮਣੀ ਨੂੰ ਬੁਲਾਇਆ ਜਾਂਦਾ ਹੈ। ਤੇ ਇਸ ਵਰਤ ਦੇ ਨਾਲ ਇੱਕ ਮਨ ਘੜਤ, ਮਨੋ ਕਲਪਿਤ ਗਾਥਾ ਜੁੜੀ ਹੋਈ ਹੈ ਤੇ ਉਹ ਪੜ੍ਹ ਕੇ ਸੁਣਾਈ ਜਾਂਦੀ ਹੈ। ਬ੍ਰਾਹਮਣੀ ਆਉਂਦੀ ਹੈ, ਉਹ ਕਹਾਣੀ ਬੜੀ ਹਾਸੋਹੀਣੀ ਤੇ ਬੜੀ ਮਨ ਘੜੰਤ ਜੀ ਕਹਾਣੀ ਮੈਂ ਆਪ ਜੀ ਨੂੰ ਸੁਣਾ ਦਿਆਂ ਵੀ ਵੀਰੋ, ਇੱਕ ਕੰਨਿਆ, ਇੱਕ ਲੜਕੀ 7 ਭਰਾਵਾਂ ਦੀ ਭੈਣ ਹੈ ਤੇ ਵਰਤ ਰੱਖਿਆ ਕਰਦੀ ਸੀ। ਇਹ ਕਰਵੇ ਦਾ ਵਰਤ ਰੱਖਿਆ ਕਰਦੀ ਸੀ ਤੇ ਇਹਦੇ ਭਰਾਵਾਂ ਨੇ ਪ੍ਰਸ਼ਾਦਾ ਛਕ ਲਿਆ ਤੇ ਚੰਦਰਮਾ ਦੀ ਉਡੀਕ ਕਰ ਰਹੀ ਸੀ ਵੀ ਜਿੰਨਾ ਚਿਰ ਚੰਦਰਮਾ ਨਹੀਂ ਨਾ ਮੈਨੂੰ ਦਿਖਾਈ ਦੇਵੇਗਾ ਉਹਨਾਂ ਚਿਰ ਮੈਂ ਭੁੱਖੀ ਰਵਾਂਗੀ, ਉਹਨਾਂ ਚਿਰ ਮੈਂ ਵਰਤ ਨਹੀਂ ਆਪਣਾ ਤੋੜਾਂਗੀ, ਉਹਨਾਂ ਚਿਰ ਮੈਂ ਕੁਝ ਖਾਵਾਂਗੀ ਨਹੀਂ। ਉਹ ਕਹਾਣੀ ਦੱਸਦੀ ਹੈ ਕਿ ਭਰਾਵਾਂ ਨੂੰ ਫਿਕਰ ਹੋਈ ਕਿ ਸਾਡੀ ਭੈਣ ਸਵੇਰ ਤੋਂ ਲੈ ਕੇ ਹੁਣ ਤੱਕ ਭੁੱਖੀ ਹੈ, ਅਸੀਂ ਤੇ ਦਿਹਾੜੀ ਵਿੱਚ 3 ਵਾਰੀ ਛਕ ਲਿਆ, ਲਾਡਲੀ ਸਾਡੀ ਭੈਣ ਹੈ, ਇਹ ਹੱਠ ਕਰਕੇ ਜਿੱਦ ਕਰਕੇ ਬੈਠੀ ਹੋਈ ਹੈ, ਬੱਦਲ ਜੇ ਛਾਏ ਹੋਏ ਨੇ, ਪਤਾ ਨਹੀਂ ਚੰਦਰਮਾ ਨਿਕਲਣਾ ਕਿ ਨਹੀਂ ਨਿਕਲਣਾ, ਇਹ ਭੁੱਖੀ ਨਾ ਰਵੇ। ਉਹਨਾਂ ਕੀ ਕੀਤਾ ਕਿ ਬੇਲੇ ਨੂੰ ਅੱਗ ਲਾ ਕੇ, ਬੇਲਾ ਭਾਵ ਇੱਕ ਗੋਲ ਲੱਕੜੀ ਲੰਬੀ ਜੀ ਨਾ, ਉਸ ਬੇਲੇ ਨੂੰ ਅੱਗ ਲਾ ਕਰਕੇ ਉਹਦੇ ਅੱਗੇ ਨਾ ਚਾਦਰ ਬਹੁਤ ਵੱਡਾ ਕੱਪੜਾ ਤਾਣ ਦਿੱਤਾ ਤੇ ਨਾ ਦੂਰੋਂ ਆਪਣੀ ਭੈਣ ਨੂੰ ਦਿਖਾਉਂਦੇ ਨੇ, ਕਹਿੰਦੇ ਵੇਖ ਭੈਣੇ, ਆ ਚੰਦਰਮਾ ਚੜ ਗਿਆ, ਵੇਖ ਉਹਦੀ ਰੋਸ਼ਨੀ, ਕੱਪੜੇ ਦੇ ਉਹਲੇ ਕਿੰਨੀ ਚਮਕਦੀ ਪਈ ਹੈ, ਚੰਦਰਮਾ ਚੜ ਗਿਆ, ਰੋਟੀ ਖਾ ਲਾ।
ਹੁਣ ਵੀਰੋ खुश हो गई भी वाकई चंद्रमा चढ़ गया, उसकी रोशनी जिहड़ी है पड़दे दे ओले दिखाई दे रही है। तो उन्हें प्रशादा छक लिया, रोटी खा ली। तो कहते इहदा पति जिहड़ा है वह शिकार खेडण गया होया सी, इहदे इधरों प्रशादा छक लिया, इहदा पति तड़फदा होया घर आया है। तो इहदा पति घर आण के डिग पिया है। जदों डिग्या है तो वेखिया भी उहदे रोम रोम दे विच सूइयां खुबियां होईयां ने। ते इह वीरो नाले रोंदी है ते नाले अपने पति नूं गोडियां विच लै करके पट्टां विच सिर रख के उहदे तन दे विचों एक एक सूई कढदी है। जो कहानी कह रही हो मैं तुहानूं दस रिहा। ਉਹ ਸੂਈਆਂ ਕੱਢਦਿਆਂ ਕੱਢਦਿਆਂ ਕਹਿੰਦੇ ਨੂੰ ਸਾਲ ਲੱਗ ਜਾਂਦਾ ਵਾ, ਸਾਲ ਪਰ ਉਹ ਸੂਈਆਂ ਕੱਢਦੀ ਆ। ਤੇ ਇਹ ਉਹ ਕਰਵੇ ਦਾ ਵਰਤ ਫੇਰਾ ਜਾਂਦਾ ਵਾ ਜੀ। ਤੇ ਨਾ ਇਹ ਆਖਰੀ ਸੂਈ ਰਹਿ ਜਾਂਦੀ ਹੈ ਤੇ ਬਾਹਰ ਕਰਵਾ ਵੇਚਣ ਵਾਲਾ, ਕਰਵਾ ਕਿਹਨੂੰ ਕਹਿੰਦੇ ਆ ਜੀ? ਉਹ ਮਿੱਟੀ ਦਾ ਬਰਤਨ ਹੁੰਦਾ ਆ, ਬੀਬੀਆਂ ਬਾਹਰ ਬੜੀਆਂ ਲੱਗੇ ਹੋਏ ਨੇ, ਇਹ ਬੀਬੀਆਂ ਲੈ ਕੇ ਜਾਂਦੀਆਂ ਨੇ, ਉਹਦੇ ਵਿੱਚ ਪਾਣੀ ਪਾ ਕੇ ਪਤੀ ਨੂੰ ਪਿਲਾਇਆ ਜਾਂਦਾ ਹੈ। ਤੇ ਉਹ ਕਰਵਾ ਵੇਚਣ ਵਾਲਾ ਉਹਨੇ ਆ ਕੇ ਹੋਕਾ ਦਿੱਤਾ ਤੇ ਬੀਬੀ ਵੀਰੋ ਨੇ ਫਿਰ ਵਰਤ ਰੱਖਣਾ ਸੀ। ਤੇ ਉਹਨੇ ਆਪਣੀ ਗੋਲੀ ਨੂੰ ਆਖਿਆ ਵੀ ਇੱਕ ਸੂਈ ਰਹਿ ਗਈ ਅਖੀਰੀ, ਤੂੰ ਮੇਰੇ ਪਤੀ ਦੀ ਸੂਈ ਕੱਢ ਤੇ ਮੈਂ ਬਾਹਰ ਕਰਵਿਆਂ ਵਾਲਾ ਕਿਤੇ ਚਲੇ ਨਾ ਜਾਵੇ, ਉਹ ਮੈਂ ਕਰਵਾ ਖਰੀਦ ਲਵਾਂ, ਮੈਂ ਅੱਜ ਫਿਰ ਵਰਤ ਰੱਖਣਾ ਹੈ। ਤੇ ਉਹ ਕਰਵਾ ਖਰੀਦਣ ਬਾਹਰ ਚਲੇ ਗਈ ਤੇ ਇੰਨੇ ਨੂੰ ਉਹ ਅਖੀਰੀ ਸੂਈ ਜਿਹੜੀ ਗੋਲੀ ਨੇ ਕੱਢ ਦਿੱਤੀ ਤੇ ਰਾਜਾ ਸਾਲ ਪਰ ਬੇਹੋਸ਼ ਪਿਆ ਰਿਹਾ ਸੀ। ਤੇ ਜਦੋਂ ਸੂਈ ਨਿਕਲੀ ਰਾਜਾ ਰਾਮ ਰਾਮ ਕਰਕੇ ਉੱਠ ਗਿਆ, ਉੱਠ ਕੇ ਬਹਿ ਗਿਆ ਤੇ ਉਹ ਉਸ ਗੋਲੀ ਨੂੰ ਰਾਣੀ ਸਮਝਣ ਲੱਗ ਪਿਆ। ਬੇਹੋਸ਼ ਪਿਆ ਰਿਹਾ ਸੀ, ਉਸ ਗੋਲੀ ਨੂੰ ਰਾਣੀ ਸਮਝਣ ਲੱਗ ਪਿਆ ਤੇ ਰਾਣੀ ਨੂੰ ਗੋਲੀ ਸਮਝਣ ਲੱਗ ਪਿਆ। ਤੇ ਇੰਨੀ ਕੁ ਕਹਾਣੀ ਅੱਧੀ ਸੁਣਾ ਕਰਕੇ ਨਾ ਜੋ ਬ੍ਰਾਹਮਣੀ ਹੈ ਜਾਂ ਬ੍ਰਾਹਮਣ ਜਿਹੜੀਆਂ ਵਰਤ ਰੱਖਣ ਵਾਲੀਆਂ ਬੀਬੀਆਂ ਉਹਦੇ ਆਲੇ ਦੁਆਲੇ ਗੋਲ ਘਤੇਰਾ ਬਣਾ ਕੇ ਬੈਠੀਆਂ ਹੁੰਦੀਆਂ ਹਨ ਤੇ ਉਹ ਬ੍ਰਾਹਮਣ ਜਾਂ ਬ੍ਰਾਹਮਣੀ ਆਪਣੇ ਕੋਲੋਂ ਲਿਆਂਦੀ ਹੋਈ ਥਾਲੀ ਉਹਨਾਂ ਦੇ ਵਿੱਚ ਕਮਾਉਂਦਾ ਹੈ। ਉਸ ਥਾਲੀ ਦੇ ਵਿੱਚ ਉਹ ਬੀਬੀਆਂ ਧਨ ਪਦਾਰਥ, ਕਈ ਦੇ ਸੋਨਾ ਵੀ ਪਾ ਦਿੰਦੀਆਂ ਨੇ ਵੀ ਪਤੀ ਦੀ ਮੇਰੀ ਉਮਰ ਕਰਨੀ, ਸਾਡਾ ਧਰਮ ਗੁਰੂ ਹੈ, ਸਾਨੂੰ ਕਥਾ ਸੁਣਾ ਰਿਹਾ। ਬਹੁਤ ਸਾਰਾ ਮਾਲ ਉਦਨ ਉਹ ਕਥਾ ਸੁਣਾਉਣ ਵਾਲਾ ਬ੍ਰਾਹਮਣ ਵੀਰ ਜਾਂ ਬ੍ਰਾਹਮਣੀ ਇਕੱਠੀ ਕਰਕੇ ਆਪਣੇ ਘਰ ਨੂੰ ਲਿਜਾਂਦਾ ਵਾ। ਤੇ ਉੱਥੇ ਇੱਕ ਬੋਲ ਪੜ੍ਹੇ ਜਾਂਦੇ ਨੇ, ਲੈ ਵੀਰੋ ਭੈਣੇ ਕਰਵੜਾ, ਲੈ ਸਰਬ ਸੁਹਾਗਨ ਕਰਵੜਾ, ਇਸ ਤਰ੍ਹਾਂ ਪੜ੍ਹਿਆ ਜਾਂਦਾ ਹੈ। ਤੇਰੇ ਭਾਈਆਂ ਦਾ ਭੈਣੇ ਕਰਵੜਾ, ਕੱਤੀ ਨਾ ਬਣਾਈ ਨਾ, ਰੁੱਸੇ ਨੂੰ ਮਨਾਈ ਨਾ, ਇਸ ਤਰ੍ਹਾਂ ਇਹ ਕਵਿਤਾ ਪੜ੍ਹੀ ਜਾਂਦੀ ਹੈ। ਇਹ ਪੜ੍ਹ ਕੇ ਤੇ ਉਹ ਜਿਹੜੀਆਂ ਬੀਬੀਆਂ ਦੇ ਸਿਰ ਦੇ ਉੱਤੇ ਨਾ ਚੁੰਨੀ ਜਿਹੜੀ ਜੋ ਵੀ ਉਹਨਾਂ ਨੇ ਚੁੰਨੀ ਬੰਨ੍ਹੀ ਹੁੰਦੀ ਹੈ ਤੇ ਫਿਰ ਨਾ ਆਹ ਕਹਾਣੀ ਜਿਹੜੀ ਅਧੂਰੀ ਫਿਰ ਸੁਣਾਉਣੀ ਸ਼ੁਰੂ ਕਰਦੀ ਹੈ। ਉਹ ਕਹਾਣੀ ਫਿਰ ਉੱਥੋਂ ਸ਼ੁਰੂ ਹੁੰਦੀ ਹੈ ਵੀ ਹੁਣ ਰਾਜਾ ਬਾਜ਼ਾਰ ਗਿਆ ਤੇ ਆਪਣੀ ਰਾਣੀ ਵਾਸਤੇ ਤੇ ਗੋਲੀ ਵਾਸਤੇ ਕੁਝ ਚੀਜ਼ਾਂ ਲੈਣ ਗਿਆ। ਰਾਣੀ ਦੇ ਵਾਸਤੇ ਹਾਰ ਸ਼ਿੰਗਾਰ ਲੈ ਕੇ ਆਇਆ। ਰਾਣੀ ਉਹ ਜਿਹੜੀ ਗੋਲੀ ਦਾ ਰੂਪ ਸੀ ਤੇ ਜਿਹੜੀ ਗੋਲੀ ਸੀ ਉਹਨੇ ਗੁੱਡੀਆਂ ਪਟੋਲੇ ਮੰਗਾਏ ਜੋ ਅਸਲ ਰਾਣੀ ਸੀ। ਤੇ ਉਹਨ ਹਾਰ ਸ਼ਿੰਗਾਰ ਲੈ ਕੇ ਰਾਣੀ ਤੇ ਰਾਜਾ ਆਪਣੇ ਕਮਰੇ ਦੇ ਵਿੱਚ ਨੇ ਤੇ ਜਿਹੜੀ ਰਾਣੀ ਅਸਲ ਵੀਰੋ ਸੀ ਨਾ, ਗੋਲੀ ਬਣੀ, ਉਹ ਗੁੱਡੀਆਂ ਪਟੋਲਿਆਂ ਦੇ ਨਾਲ ਗੱਲਾਂ ਕਰਦੇ ਹੋ, ਕਹਿੰਦੇ ਰਾਣੀ ਸੀ ਜੋ ਗੋਲੀ ਹੋਈ, ਗੋਲੀ ਸੀ ਜੋ ਰਾਣੀ ਹੋਈ। ਇਹ ਵਾਰ-ਵਾਰ ਗਾਉਂਦੀ ਹੈ ਤੇ ਰਾਜੇ ਨੇ ਆ ਕੇ ਪੁੱਛ ਲਿਆ ਵੀ ਇਹ ਤੂੰ ਕੀ ਗਾਉਂਦੀ? ਉਹਨੇ ਸਾਰੀ ਅਸਲੀਅਤ ਦੱਸੀ ਤੇ ਰਾਜੇ ਨੇ ਮੁੜ ਕੇ ਫਿਰ ਉਸ ਨੂੰ ਆਪਣੀ ਰਾਣੀ ਬਣਾ ਲਿਆ। ਆਹ ਮਨ ਘੜਤ ਕਹਾਣੀ ਹੈ ਜੋ ਸੁਣਾ ਕਰਕੇ ਕਰਵੇ ਦਾ, ਕਰਵਾ ਚੌਥ ਦਾ ਵਰਤ, ਇਹਦਾ ਭਰਮ ਇਸ ਦੇਸ਼ ਦੀਆਂ ਬੀਬੀਆਂ ਦੇ ਅੰਦਰ ਪੱਕਾ ਕੀਤਾ ਗਿਆ ਵਾ। ਤੇ ਗੁਰਮੁਖੋ ਮਨੌਤ ਇਹ ਹੈ ਕਿ ਜਿਵੇਂ ਬੀਬੀ ਵੀਰੋ ਨੇ ਕਰਵੇ ਦਾ ਵਰਤ ਰੱਖ ਕੇ ਆਪਣੇ ਪਤੀ ਦੀ ਉਮਰ ਜਾਂ ਸਵਾਸ ਵਧਾ ਲੈ ਸਨ, ਉਵੇਂ ਹਿੰਦੁਸਤਾਨ ਦੀਆਂ ਬੀਬੀਆਂ ਇਸ ਵਰਤ ਨੂੰ ਰੱਖ ਕੇ ਆਪਣੇ ਪਤੀ ਦੇ ਸਵਾਸ, ਆਪਣੇ ਪਤੀ ਦੀ ਉਮਰ ਵਧਾ ਸਕਦੀਆਂ ਨੇ। ਪਰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਕੀ ਆਂਦੀ ਆ? ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਕਹਿੰਦੀ ਹੈ, ਜੰਮਣ ਮਰਨਾ ਹੁਕਮ ਹੈ, ਭਾਣੇ ਆਵੇ ਜਾਏ। ਵੀ ਜੰਮਣਾ ਤੇ ਮਰਨਾ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੇ ਹੁਕਮ ਦੇ ਵਿੱਚ ਹੈ। ਜੰਮਣ ਮਰਨਾ ਹੁਕਮੋਂ ਵਰਤੈ, ਗੁਰਮੁਖ ਆਪ ਪਛਾਣੈ। ਪਰ ਗੁਰਮੁਖ ਜਨ ਇਸ ਅਸਲੀਅਤ ਨੂੰ ਜਾਂ ਆ ਮਨ ਘੜਤ ਕਹਾਣੀਆਂ ਨੂੰ
ਉਹ ਸਮਝਦਾ ਵਾ ਕਿ ਰੱਬ ਦੀ ਜੋ ਖੇਡ ਹੈ ਜੰਮਣ ਮਰਨ ਦੀ, ਇਸ ਹੁਕਮ ਨੂੰ ਸਮਝ ਕੇ ਕੋਈ ਵੀ ਉਮਰ ਵਧਾਉਣ ਵਾਲਾ ਜਾਂ ਐਸਾ ਪਖੰਡ ਆਪਣੇ ਜੀਵਨ ਵਿੱਚ ਨਹੀਂ ਕਰਦਾ। ਹੋਰ ਸਪਸ਼ਟ ਪ੍ਰਮਾਣ ਆਪ ਜੀ ਨੂੰ ਸੁਣਾਉਂਦੇ ਹਾਂ ਗੁਰੂ ਅਰਜਨ ਦੇਵ ਜੀ ਦਾ 52 ਅੱਖਰੀ ਵਿੱਚੋਂ। ਜਿਹੜੇ ਲੋਕ ਜਾਂ ਜਿਹੜੀਆਂ ਬੀਬੀਆਂ ਇਹ ਭਰਮ ਪਾ ਕੇ ਬੈਠੀਆਂ ਜਾਂ ਇਸ ਕਰਵਾ ਚੌਥ ਨੂੰ ਇਹਦਾ ਵਰਤ ਰੱਖਦੀਆਂ ਵਾ ਵੀ ਉਮਰ ਲੰਬੇਰੀ ਹੋਵੇਗੀ, ਗੁਰੂ ਅਰਜਨ ਦੇਵ ਪਾਤਸ਼ਾਹ ਜੀ ਕਹਿੰਦੇ ਨੇ ਵੀ ਗਣ ਘਾਲੇ ਸਭ ਦਿਵਸ ਸਾਸ ਨੇ ਬਟਨ ਘਟਨ ਤਿਲ ਸਾਰ, ਜੀਵਨ ਲੋੜੇ ਭਰਮ ਮੋਹ ਨਾਨਕ ਤਿਉ ਗਵਾਰ। ਵੀ ਉਹ ਰੱਬ ਜੀ ਜਦੋਂ ਇਨਸਾਨ ਨੂੰ ਇਸ ਜਗਤ ਵਿੱਚ ਭੇਜਦਾ ਵਾ ਗਿਣ ਕੇ ਸਵਾਸ ਪਾ ਕੇ ਭੇਜਦਾ ਵਾ, ਤੇ ਉਹਦੇ ਬਖਸ਼ੇ ਹੋਏ ਸਵਾਸਾਂ ਨੂੰ ਨਾ ਕੋਈ ਤਿਲ ਮਾਤਰ ਘਟਾ ਸਕਦਾ ਵਾ ਤੇ ਨਾ ਕੋਈ ਤਿਲ ਮਾਤਰ ਵਧਾ ਸਕਦਾ ਵਾ। ਕਿਸੇ ਵੀ ਵਿਧੀ ਦੇ ਨਾਲ ਇਹ ਸਵਾਸ ਇਹ ਉਮਰ ਵੱਧ ਜਾਂ ਘਟ ਨਹੀਂ ਸਕਦੇ। ਤੇ ਉਹ ਬੰਦਾ ਬੜੇ ਵੱਡੇ ਭਰਮ ਦੇ ਵਿੱਚ ਹੈ, ਮੋਹ ਦੇ ਵਿੱਚ ਖਚਤ ਹੋ ਕੇ ਮੂਰਖ ਜੀਵਨ ਨੂੰ ਹੋਰ ਜਿਉਣ ਵਾਸਤੇ ਉਹ ਇਹੋ ਜਿਹੇ ਯਤਨ ਕਰਦਾ ਰਹਿੰਦਾ ਵਾ। ਸੋ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਇਸ ਮੂਰਖਤਾਈ ਵਾਲੀ ਗੁਲਾਮੀ, ਇਸ ਬੰਧਨ ਵਿੱਚੋਂ ਕੱਢਣ ਵਾਸਤੇ ਯਤਨ ਕੀਤਾ ਵੀ ਲੋਕ ਜਿਹੜੇ ਹਨ ਇਹਨਾਂ ਕਰਮ ਕਾਂਡਾਂ ਵਿੱਚੋਂ ਨਿਕਲ ਕੇ, ਖਾਸ ਕਰਕੇ ਸਾਡੇ ਦੇਸ਼ ਦੀਆਂ ਬੀਬੀਆਂ ਸੱਚਾਈ ਵਾਲੇ ਮਾਰਗ ਤੇ, ਸੱਤ ਦੇ ਮਾਰਗ ਤੇ ਤੁਰਨ ਵਾਲੀਆਂ ਬਣਨ। ਪਰ ਅੱਜ ਸਿੱਖ ਬੀਬੀਆਂ ਹੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਸਿਧਾਂਤਾਂ ਨੂੰ ਭੁਲਾ ਕਰਕੇ ਆਪਣੇ ਘਰਾਂ ਦੇ ਵਿੱਚ ਆਪਣੇ ਪਤੀ ਦੀ ਉਮਰ ਲੰਬੇਰੀ ਕਰਨ ਵਾਸਤੇ ਪਖੰਡ ਕਰ ਰਹੀਆਂ ਹੁੰਦੀਆਂ ਨੇ। ਸਿੱਖ ਬੀਬੀਆਂ ਵੀ ਜਿਨ੍ਹਾਂ ਦਾ ਧਰਮ ਹੈ, ਜਿਨ੍ਹਾਂ ਦਾ ਇਹ ਕਰਮ ਹੈ, ਮੁਬਾਰਕ ਹੋ। ਆਪਾਂ ਨਹੀਂ ਉਹਨਾਂ ਨੂੰ ਕੁਝ ਕਹਿ ਸਕਦੇ, ਬਲਕਿ ਉਹਨਾਂ ਨੂੰ ਵੀ ਇਸ ਗੱਲ ਦੇ ਉੱਤੇ ਸੋਚਣਾ ਚਾਹੀਦਾ ਵਾ, ਉਹਨਾਂ ਨੂੰ ਵੀ ਆਪਣੀ ਬੁੱਧੀ ਦਾ ਇਸਤੇਮਾਲ ਕਰਨਾ ਚਾਹੀਦਾ ਵਾ ਕਿ ਇਹ ਵਰਤ ਰੱਖਣ ਦੇ ਨਾਲ ਕਿਸੇ ਮਨੁੱਖ ਦੀ ਉਮਰ ਵੱਧਦੀ ਆ। ਬੜਾ ਪਿਆਰਾ ਇੱਕ ਅਦੀਬ ਦਾ ਬੋਲ ਹੈ, ਕਹਿੰਦੇ ਕਰਵੇ ਦਾ ਵਰਤ ਰੱਖਣ ਨਾਲ ਜੇ ਉਮਰ ਵੱਧ ਜਾਂਦੀ, ਮਰਦੇ ਬ੍ਰਾਹਮਣ ਨਾ ਇਸ ਸੰਸਾਰ ਅੰਦਰ। ਕਰਵੇ ਦਾ ਵਰਤ ਰੱਖਣ ਨਾਲ ਜੇ ਉਮਰ ਵੱਧ ਜਾਂਦੀ, ਮਰਦੇ ਬ੍ਰਾਹਮਣ ਨਾ ਇਸ ਸੰਸਾਰ ਅੰਦਰ। ਜੰਮਿਆ ਜੋ ਵੀ ਉਸ ਦੇ ਖਤਮ ਹੋਣਾ, ਲਿਖਿਆ ਰੱਬ ਨੇ ਆਪਣੇ ਦਰਬਾਰ ਅੰਦਰ। ਰਾਮ ਰਾਮਣ ਵਰਗੇ ਜਪੀ ਤਪੀ ਖਤਮ ਹੋ ਗਏ, ਰਹਿ ਕੋਈ ਨਾ ਸਕਿਆ ਇਸ ਗੁਲਜ਼ਾਰ ਅੰਦਰ। ਰਾਮ ਰਾਮਣ ਵਰਗੇ ਜਪੀ ਤਪੀ ਖਤਮ ਹੋ ਗਏ, ਰਹਿ ਕੋਈ ਨਾ ਸਕਿਆ ਇਸ ਗੁਲਜ਼ਾਰ ਅੰਦਰ। ਕਹਿੰਦੇ ਨੇ ਲੰਬੇਰੀ ਉਮਰ ਦੇ ਨਾਲੋਂ ਛੋਟੀ ਉਮਰ ਚੰਗੀ, ਜਿਹੜੀ ਲੰਘੇ ਗੁਰੂ ਗ੍ਰੰਥ ਜੀ ਦੇ ਪਿਆਰ ਦੇ ਅੰਦਰ। ਬੀਬੀਓ ਛੱਡ ਦਿਓ ਇਸ ਪਖੰਡ ਨੂੰ ਤੁਸੀਂ, ਨਹੀਂ ਤਾਂ ਸਜ਼ਾ ਮਿਲੂ ਇਸ ਦਰਬਾਰ ਦੇ ਅੰਦਰ। ਸਿੱਖ ਬੀਬੀਓ ਛੱਡ ਦਿਓ ਇਸ ਪਖੰਡ ਨੂੰ ਤੁਸੀਂ, ਨਹੀਂ ਤਾਂ ਸਜ਼ਾ ਮਿਲੂ ਇਸ ਸੰਸਾਰ ਦੇ ਅੰਦਰ। ਕਰਵੇ ਦੇ ਨਾਲ ਜੇ ਉਮਰ ਲੰਬੀ ਹੁੰਦੀ, ਮਰਦੇ ਬ੍ਰਾਹਮਣ ਨਾ ਇਸ ਸੰਸਾਰ ਦੇ ਅੰਦਰ। ਵੀ ਜੇ ਵਾਕਿਆ ਹੀ ਕਰਵੇ ਦੇ ਵਰਤ ਰੱਖਣ ਦੇ ਨਾਲ, ਕਰਵਾ ਚੌਥ ਰੱਖਣ ਦੇ ਨਾਲ ਜੇ ਕਿਸੇ ਦੀ ਲੰਬੇਰੀ ਉਮਰ ਹੁੰਦੀ ਤੇ ਬ੍ਰਾਹਮਣ ਤੇ ਕਦੇ ਮਰਨਾ ਹੀ ਨਹੀਂ ਚਾਹੀਦਾ ਸੀ, ਉਹ ਤੇ ਅਮਰ ਹੋ ਜਾਂਦਾ। ਅੱਜ ਦੇ ਦਿਨ ਫਿਰਦੇ ਮੜੀਆਂ ਦੇ ਵਿੱਚ ਕਿਸੇ ਦਾ ਸਿਵਾ ਨਹੀਂ ਬਣਨਾ ਚਾਹੀਦਾ। ਖਾਸ ਕਰਕੇ ਜਿਹੜੀਆਂ ਰੱਖਦੀਆਂ ਬੀਬੀਆਂ, ਜਿਸ ਧਰਮ ਦੇ ਵਿੱਚ ਸਦੀਆਂ ਤੋਂ ਇਹ ਰੀਤ, ਇਹ ਕਰਮ, ਇਹ ਮਨਾਇਆ ਜਾ ਰਿਹਾ ਵਾ, ਉਹਨਾਂ ਦੇ ਧਰਮ ਦੇ ਵਿੱਚੋਂ ਤੇ ਕਿਸੇ ਦੀ ਮੌਤ ਨਹੀਂ ਹੋਣੀ ਚਾਹੀਦੀ। ਇਹਦੇ ਵਿੱਚ ਬੁੱਢੀਆਂ ਵੀ ਰੱਖਦੀਆਂ ਨੇ, ਜਵਾਨ ਬੀਬੀਆਂ ਵੀ ਰੱਖਦੀਆਂ ਨੇ, ਸਾਰੀਆਂ ਰੱਖਦੀਆਂ ਨੇ। ਤੇ ਗੁਰਮੁਖੋ ਇਹੋ ਜਿਹੀਆਂ ਚੀਜ਼ਾਂ, ਇਹੋ ਜਿਹੇ ਕਰਮ ਕਾਂਡਾਂ ਤੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਵਰਜਿਆ ਸੀ, ਸਾਨੂੰ ਕੱਢਿਆ ਸੀ। ਪਰ ਅੱਜ ਫਿਰ ਅਸੀਂ ਇੰਨੇ ਪਵਿੱਤਰ ਸ਼ਬਦ ਹੋਣ ਦੇ ਬਾਵਜੂਦ ਵੀ ਕਰੇ ਛੋਡੇ ਅੰਨ, ਕਰੇ ਪਖੰਡ, ਨਾ ਸੁਹਾਗਣ ਨਾ ਉਹ ਰੰਡ। ਵੀ ਇਹ ਨਾ ਸੁਹਾਗਣ ਮੰਨੀ ਜਾਂਦੀ ਹੈ, ਨਾ ਵਿਧਵਾ ਮੰਨੀ ਜਾਂਦੀ ਹੈ, ਜੇ ਰੱਬੀ ਹੁਕਮ ਗੁਰੂ ਸ਼ਬਦ ਨੂੰ ਭੁਲਾ ਕਰਕੇ, ਜੋ ਖਾਸ ਮਨੌਤ ਨੂੰ ਮੁੱਖ ਰੱਖ ਕੇ ਜੋ ਭੁੱਖੀ ਰਹਿੰਦੀ ਹੈ। ਬਾਬਾ ਕਬੀਰ ਸਾਹਿਬ ਜੀ ਦਾ ਤੇ ਬੜਾ
ਇੱਕ ਕਰੜਾ ਬਚਨ ਹੈ, ਕਹਿੰਦੇ ਕਬੀਰ ਹਰਿ ਕਾ ਸਿਮਰਨ ਛੱਡ ਕੇ ਅਹੋਈ ਰਾਖੈ ਨਾਰ ਗਦਹੀ ਹੋ ਕੇ ਔਤਰੇ ਭਾਰ ਸਹਿ ਮਨ ਚਾਰ। ਕੋਈ ਸ਼ੀਤਲਾ ਦੇਵੀ ਨੂੰ ਖੁਸ਼ ਕਰਨ ਵਾਸਤੇ ਵਰਤ ਰੱਖਦਾ ਵਾ। ਹੁਣ ਸ਼ੀਤਲਾ ਦੇਵੀ ਦੀ ਸਵਾਰੀ ਕੀ ਹੈ? ਖੋਤਾ, ਗਧਾ। ਤੇ ਕਹਿੰਦੇ ਨੇ ਜਿਸ ਦਾ ਸਿਮਰਨ ਕਰਕੇ, ਜਿਸ ਦੀ ਯਾਦ ਨਾਲ ਜੁੜ ਕੇ ਕੋਈ ਦਿਨ ਮਨਾ ਰਿਹਾ ਵਾ, ਕਹਿੰਦੇ ਨੇ ਵੱਧ ਤੋਂ ਵੱਧ ਉਹਦੀ ਜਿਹੜੀ ਸਵਾਰੀ ਹੈ ਖੋਤੇ ਦੀ ਜੂਨ ਉਹ ਪ੍ਰਾਪਤ ਹੋ ਜਾਏਗੀ, ਹੋਰ ਤੇ ਕੁਝ ਨਹੀਂ ਪ੍ਰਾਪਤ ਹੋਣਾ। ਸਿੱਖ ਮਿਸ਼ਨਰੀ ਕਾਲਜ ਦੀ ਕਿਤਾਬ ਆ ਸਿੱਖ ਫੁਲਵਾੜੀ, ਉਹਦੇ ਵਿੱਚ ਇਹੋ ਜਿਹੇ ਟਰੈਕਟ ਬੜੇ ਕਮਾਲ ਦੀ ਹਲੂਣਾ ਦੇਣ ਵਾਲੇ, ਛੋਟੇ ਛੋਟੇ ਸਮਝਾਉਣ ਵਾਲੇ, ਬੱਚਾ ਵੀ ਸਮਝ ਕੇ ਉਸ ਤੋਂ ਗਿਆਨ ਲੈ ਕੇ ਜੀਵਨ ਸਵਾਰ ਸਕਦਾ ਹੈ, ਉਹ ਲਿਖੇ ਹੁੰਦੇ ਆ। ਇਹਨਾਂ ਭਗਤੀਆਂ ਨੂੰ ਲੇਖ ਕਰਕੇ ਇਹਨਾਂ ਵਿਆਖਿਆ ਕੀਤੀ ਹੋਈ ਸੀ ਬਹੁਤ ਖੂਬਸੂਰਤ ਢੰਗ ਨਾਲ, ਤੇ ਹਿੰਦੀ ਵਿੱਚ ਉਹ ਕਿਤਾਬ ਸੀ। ਤੇ 12-13 ਸਾਲਾਂ ਦਾ ਬੱਚਾ, ਸਿੱਖ ਬੱਚਾ, ਟੇਬਲ ਤੇ ਕਿਤਾਬ ਪਈ ਹੋਈ, ਰੱਬੋਂ ਹੀ ਉਹ ਟਰੈਕਟ, ਉਹ ਪੇਜ, ਆ ਕਬੀਰ ਸਾਹਿਬ ਜੀ ਦਾ ਸ਼ਲੋਕ ਲਿਖਿਆ ਹੋਇਆ ਵੀ ਗਦੀ ਹੋ ਕੇ ਉਤਰੇ ਭਾਰ ਸਹਿ ਮਨ ਚਾਰ, ਇਹ ਉਹਨੇ ਪੜ੍ਹ ਲਿਆ। ਤੇ ਹਿੰਦੀ ਵਿੱਚ ਉਹਨੂੰ ਪੜ੍ਹਨਾ ਆਸਾਨ ਹੋ ਗਿਆ, ਸਾਰੀ ਉਹਨੇ ਵਾਰਤਾ ਪੜ੍ਹ ਲਈ। ਤੇ ਉਹ ਭੱਜਾ ਕਿਤਾਬ ਹੱਥ ਵਿੱਚ ਫੜ ਕੇ ਆਪਣੀ ਮਾਂ ਦੇ ਕੋਲ ਗਿਆ। ਆਪਣੀ ਮਾਂ ਨੂੰ ਕਹਿੰਦਾ, ਮੰਮੀ ਤੁਮ ਅਗਲੇ ਜਨਮ ਮੇਂ ਗਦੀ ਬਣੋਗੀ, ਮੰਮੀ ਤੁਸੀਂ ਅਗਲੇ ਜਨਮ 'ਚ ਗਧੇ ਬਣੋਗੇ। ਮਾਂ ਨੂੰ ਇੱਕਦਮ ਗੁੱਸਾ ਆਇਆ, ਮਾਂ ਨੂੰ ਇੱਕਦਮ ਕ੍ਰੋਧ ਆਇਆ ਕਿ ਕੀ ਨਾ ਸੁਣਾ ਬੋਲ ਰਿਹਾ, ਮੈਨੂੰ ਗਧੀ ਕਹਿ ਰਿਹਾ, ਮੈਂ ਗਧੀ ਬਣਾਂਗੀ। ਕਹਿਣ ਲੱਗੇ ਨਹੀਂ, ਇਹ ਸਤਿਗੁਰ ਜੀ ਦੀ ਬਾਣੀ ਕਹਿ ਰਹੀ ਹੈ, ਜਿਸ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਾਂ ਮੱਥਾ ਟੇਕਦੇ ਹਾਂ ਉਸੇ ਬਾਣੀ ਦਾ ਸ਼ਬਦ ਹੈ, ਇਹਦੇ ਅਰਥ ਪੜ੍ਹ ਕੇ ਵੇਖੋ, ਆ ਵੇਖੋ ਕਹਾਣੀ ਲਿਖੀ ਹੋਈ ਹੈ। ਮਾਂ ਨੇ ਕਿਤਾਬ ਫੜੀ, ਕਿਉਂਕਿ ਅਸੀਂ ਫੁਲਵਾਣੀਆਂ ਵੀ ਘਰਾਂ ਵਿੱਚ ਬੰਦ ਕਰਕੇ ਰੱਖ ਲੈਨੇ, ਅਸੀਂ ਪੜ੍ਹਦੇ ਨਹੀਂ ਹਾਂ। ਮਾਂ ਨੇ ਕਿਤਾਬ ਪੜ੍ਹੀ, ਉਹਦੇ ਅਰਥ ਸਮਝ ਵਿੱਚ ਆਏ, ਤੇ ਨਾ ਬੜਾ ਸਿਰ ਜਿਹੜਾ ਨੀਵਾਂ ਜਿਹਾ ਹੋਇਆ, ਆਪਣੇ ਬੱਚੇ ਨੂੰ ਕਹਿੰਦੀ, ਹਾਂ ਪੁੱਤ ਸਹੀ ਲਿਖਿਆ ਹੈ, ਸੱਚ ਲਿਖਿਆ ਹੈ। ਉਸੇ ਦਿਨ ਤੋਂ ਫੁਲਵਾੜੀ ਵਿੱਚ ਲਿਖਿਆ ਵੀ ਉਸੇ ਮਾਂ ਨੇ ਵਰਤ ਰੱਖਣਾ ਬੰਦ ਕਰ ਦਿੱਤਾ, ਕਿਸੇ ਪ੍ਰਕਾਰ ਦਾ ਵਰਤ ਨਹੀਂ ਮੈਂ ਰੱਖਣਾ। ਮੈਂ ਸਿੱਖ ਹੋ ਕੇ, ਮੈਂ ਗੁਰੂ ਨਾਨਕ ਦੀ ਧੀ ਹੋ ਕੇ, ਬੱਚੀ ਹੋ ਕਰਕੇ ਇਹ ਕਰਮ ਕਾਂਡ ਕਰਾਂ। ਮੇਰਾ ਗੁਰੂ ਤੇ ਆ ਸੰਦੇਸ਼ ਦੇ ਰਿਹਾ ਹੈ, ਇਹਨਾਂ ਵਰਤਾਂ ਦੇ ਨਾਲ ਕੁਝ ਵੀ ਪ੍ਰਾਪਤ ਨਹੀਂ ਹੁੰਦਾ। ਸੋ ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਇਹ ਪੈਗਾਮ, ਇਹ ਸ਼ਬਦ ਬਾਣੀ ਦਾ ਉਪਦੇਸ਼, ਇਹ ਖਜ਼ਾਨਾ ਸਾਡੇ ਕੋਲ ਹੁੰਦਿਆਂ ਹੋਇਆਂ ਵੀ ਅਸੀਂ ਇਹੋ ਜਿਹੇ ਕਰਮ ਕਾਂਡਾਂ ਵਿੱਚ ਇਹੋ ਜੀ ਆਹ ਵਰਤ ਰੱਖ ਲਓ, ਆਹ ਸੁਖਣਾ ਪੂਰੀ ਹੋਵੇਗੀ, ਇਹ ਜੀ ਆਹ ਵਰਤ ਰੱਖ ਲਓ, ਪਤੀ ਦੀ ਉਮਰ ਲੰਬੇਰੀ ਹੋ ਜਾਏਗੀ, ਇਹਨਾਂ ਵਹਿਮਾਂ ਭਰਮਾਂ ਦੇ ਵਿੱਚ ਅਸੀਂ ਖੱਜਲ ਹੋਏ ਪਏ ਹਾਂ, ਸ਼ਿਕਾਰ ਹੋਏ ਪਏ ਹਾਂ। ਸੋ ਗੁਰੂ ਪਾਤਸ਼ਾਹ ਜੀ ਕਹਿੰਦੇ, ਜੇ ਤੂੰ ਧਿਆਨ ਨਾਲ ਬਾਣੀ ਸੁਣ ਲੈ, ਜੇ ਤੂੰ ਸ਼ਬਦ ਨਾਲ ਧਿਆਨ ਨਾਲ ਸਾਂਝ ਪਾ ਲੈ, ਜੇ ਸੋਝੀ ਹਾਸਲ ਕਰ ਲੈ, ਇਹੋ ਜਿਹੇ ਵਹਿਮਾਂ, ਇਹੋ ਜਿਹੇ ਪਖੰਡਾਂ ਦਾ ਤੇਰੇ ਘਰ ਦੇ ਵਿੱਚੋਂ ਬਾਈਕਾਟ ਹੋ ਜਾਏਗਾ। ਤੇ ਗੁਰਮੁਖੋ, ਇਹਨਾਂ ਬਚਨਾਂ ਉੱਤੇ ਖਾਸ ਕਰਕੇ ਬੀਬੀਆਂ ਮੇਰੀਆਂ ਮਾਤਾਵਾਂ ਨੂੰ ਪਹਿਰਾ ਦੇਣਾ ਪਵੇਗਾ ਵੀ ਇਸ ਕਰਮ ਦਾ ਸਾਡੇ ਜੀਵਨ ਨਾਲ, ਸਿੱਖ ਮਤ ਨਾਲ ਕੋਈ ਵੀ ਸੰਬੰਧ ਨਹੀਂ ਹੈ। ਕਰਵਾ ਚੌਥ ਦਾ ਵਰਤ, ਕੋਈ ਵੀ ਵਰਤ ਹੋ ਗਿਆ, ਭਾਵੇਂ ਕਰਵਾ ਚੌਥ ਹੈ ਤੇ ਭਾਵੇਂ ਦੂਸਰੇ ਤੀਸਰੇ ਵਰਤ ਨੇ, ਕਿਸੇ ਪ੍ਰਕਾਰ ਦਾ ਵਰਤ ਸਾਡਾ ਕੁਝ ਨਹੀਂ ਸਵਾਰ ਸਕਦਾ। ਤੇ ਗੁਰੂ ਪਾਤਸ਼ਾਹ ਜੀ ਦੀ ਬਾਣੀ ਵੱਲ ਆਵਾਂ ਮੈਂ। ਗੁਰੂ ਮਹਾਰਾਜ ਜੀ ਕਹਿੰਦੇ, ਸੁਣਿਐ ਸਤ ਸੰਤੋਖ ਗਿਆਨ, ਸੁਣਿਐ 68 ਕਾ ਇਸ਼ਨਾਨ, ਸੁਣਿਐ ਪੜ ਪੜ ਪਾਵੇ ਮਾਨ। ਲੋਕ ਕਈ ਖਾਲੀ ਵਿਦਿਆ ਪੜ ਪੜ ਕੇ ਮਾਨ ਪ੍ਰਾਪਤ ਕਰਦੇ ਆ। ਪੜ੍ਹਨਾ ਚੰਗੀ ਗੱਲ ਹੈ, ਪਰ ਪੜ੍ਹਿਐ ਨਾਹੀ ਭੇਦ, ਬੁਝੀਏ ਪਾਵਣਾ ਵਾਲੀ ਅਵਸਥਾ ਨਾ ਕਿਤੇ ਬਣੀ ਰਵੇ। ਭੇਦ ਜਿਹੜਾ ਹੈ, ਜੀਵਨ ਦਾ ਲਕਸ਼ ਹੈ, ਉਹਦੀ ਪ੍ਰਾਪਤੀ, ਜੀਵਨ ਦਾ ਸਫਲ ਬੁੱਝ ਕੇ ਹੋਣਾ ਹੈ। ਪੜ੍ਹਨ ਵਾਲੇ ਬਹੁਤ ਨੇ, ਹੋ ਸਕਦਾ ਕਰਵਾ ਚੌਥ ਦਾ ਵਰਤ ਰੱਖਣ ਵਾਲੀਆਂ ਬੀਬੀਆਂ ਸੁਖਮਨੀ ਸਾਹਿਬ ਪੂਰੀ ਪੜ੍ਹਦੀਆਂ ਹੋਣ, ਜਪਜੀ ਸਾਹਿਬ ਪੂਰੀ ਪੜ੍ਹਦੀਆਂ ਹੋਣ, ਬਾਣੀ ਪੂਰੀ ਪੜ੍ਹਦੀਆਂ ਹੋਣ, ਪਰ ਬੁੱਝਿਆ ਨਹੀਂ ਉਹਦੇ ਵਿੱਚੋਂ ਕੁਝ, ਸੋਝੀ ਹਾਸਲ ਨਹੀਂ ਕੀਤੀ, ਗਿਆਨ ਹਾਸਲ ਨਹੀਂ ਕੀਤਾ, ਜੀਵਨ ਨੂੰ ਉਸ ਮੁਤਾਬਕ ਢਾਲਿਆ ਨਹੀਂ, ਜਿਉਣ ਦਾ ਯਤਨ ਨਹੀਂ ਕੀਤਾ। ਤੇ ਗੁਰੂ ਪਾਤਸ਼ਾਹ ਜੀ ਕਹਿੰਦੇ, ਕੁਝ ਕੇਵਲ ਪੜ੍ਹ ਪੜ੍ਹ ਕੇ ਮਨ ਹਾਸਲ ਕਰਦੇ, ਜਿਵੇਂ ਆ ਵੀ ਫਲਾਣਾ ਪਾਠੀ ਜੀ 90 ਅੰਗ ਕਰ ਦਿੰਦਾ, ਵਾਹ ਕਿਆ ਆਵਾਜ਼ ਹੈ ਜੀ, ਕਿਆ ਲੈ ਦੇ ਵਿੱਚ ਪਾਠ ਕਰਦਾ,
ਤੇ ਡਿਊਟੀਆਂ ਵਾਸਤੇ ਝਗੜਾ ਵੀ ਉਹੀ ਪਾ ਲੈਂਦਾ। ਸਿਰੇ ਦਾ ਲਾਲਚੀ ਹੈ, ਸਿਰੇ ਦਾ ਲੋਭੀ ਹੈ, ਦੂਜੀਆਂ ਪਾਰਟੀਆਂ ਨਾਲ ਲੜ ਪੈਂਦਾ। ਤੇ ਪੜ੍ਹਿਆ ਜ਼ਰੂਰ ਹੈ, ਉਹਦੀ ਵਡਿਆਈ ਜ਼ਰੂਰ ਹੋ ਰਹੀ ਹੈ, ਕਿਉਂਕਿ ਰਸਨਾ ਦੇ ਵਿੱਚ ਬੜੀ ਮਿਠਾਸ ਹੈ। ਪੜ੍ਹਦਾ ਬੜੀ ਖੂਬਸੂਰਤ, ਬੜੀ ਕਮਾਲ ਦੀ ਬਾਣੀ, ਸ਼ਬਦ ਬਾਣੀ ਗਾਉਂਦਾ ਵਾ, ਪਰ ਪੜ੍ਹ ਕੇ ਉਤਲਾ ਤੇ ਮਾਣ ਨੂੰ ਹਾਸਲ ਹੋ ਰਿਹਾ ਹੈ, ਪਰ ਅੰਦਰੋਂ ਜੀਵਨ ਤੇ ਨਹੀਂ ਨਾ ਬਦਲਿਆ। ਤੇ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਜੀਵਨ ਉਸੇ ਦਾ ਬਦਲਣਾ ਵਾ ਜਿਹਨੇ ਸੁਣ ਕੇ, ਪੜ੍ਹ ਕੇ, ਨਾਲ ਸੁਣ ਕੇ ਜੀਵਨ ਨੂੰ ਉਸ ਮੁਤਾਬਿਕ ਢਾਲ ਲਿਆ। ਸੁਣੇ ਪੜ੍ਹ ਪਾਵੇ ਮਾਨ। ਕਈ ਪੜ੍ਹ ਕੇ ਕੇਵਲ ਮਾਨ ਹਾਸਲ ਕਰਦੇ ਆ, ਕਈ ਸੁਣ ਕੇ ਆਪਣੀ ਜ਼ਿੰਦਗੀ ਨੂੰ ਬਦਲ ਕੇ ਸਦੀਵੀ ਤੌਰ ਤੇ ਇੱਜ਼ਤ ਮਾਨ ਵਡਿਆਈ ਖੱਟ ਲੈਂਦੇ ਆ। ਸੁਣੇ ਪੜ੍ਹ ਪਾਵੇ ਮਾਨ, ਸੁਣੇ ਲਾਗੈ ਸ਼ਹਿ ਧਿਆਨ। ਕਹਿੰਦੇ ਨੇ ਜਿਹੜਾ ਸੁਣਦਾ ਵਾ ਉਹਦਾ ਧਿਆਨ ਆਤਮਿਕ ਅਡੋਲਤਾ ਦੇ ਵਿੱਚ ਉਹਦਾ ਮਨ ਟਿਕ ਜਾਂਦਾ ਵਾ, ਅਡੋਲ ਬਿਰਤੀ ਦਾ ਉਹ ਮਾਲਕ ਬਣ ਜਾਂਦਾ ਵਾ। ਫਿਰ ਕੀ ਹੁੰਦਾ? ਨਾਨਕ ਭਗਤਾਂ ਸਦਾ ਵਿਗਾਸ, ਸੁਣੇ ਦੁਖ ਪਾਪ ਕਾ ਨਾਸ਼। ਕਹਿੰਦੇ ਨੇ ਭਗਤ ਜਨ, ਗੁਰਮੁਖ ਜਨ ਜੋ ਬਾਣੀ ਨੂੰ ਪੜ੍ਹਦੇ ਨੇ, ਸੁਣਦੇ ਨੇ, ਕਮਾਉਂਦੇ ਨੇ, ਉਹਨਾਂ ਦੇ ਜੀਵਨ ਵਿੱਚ ਸਦਾ ਹੀ ਵਿਗਾਸ, ਸਦਾ ਹੀ ਖੇੜਾ, ਖੁਸ਼ੀਆਂ ਸਦੀਵੀ ਤੌਰ ਤੇ ਬਣੀਆਂ ਰਹਿੰਦੀਆਂ ਨੇ, ਕਿਉਂਕਿ ਦੁੱਖ ਕੱਟੇ ਜਾਂਦੇ ਆ, ਪਾਪ ਕੱਟੇ ਜਾਂਦੇ ਆ। ਸੋ ਇਤਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ